ਵਿੱਚੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਨੈਸ ਅਭਿਆਸ ਲੜੀ ਨੰਬਰ 25 ਲੈ ਕੇ ਅਸੀਂ ਹਾਜ਼ਰ ਹਾਂ। ਆਓ ਇਸ ਨੂੰ ਹੱਲ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬੀ ਵਿਸ਼ੇ ਦੇ ਵਿੱਚ ਅੱਜ ਇੱਕ ਪੈਰਾ ਹੈ ਗਾਂਧੀ ਜੀ ਬਾਰੇ, ਉਸ ਨੂੰ ਪੜ੍ਹਾਂਗੇ। ਬਚਪਨ ਵਿੱਚ ਮਹਾਤਮਾ ਗਾਂਧੀ ਬੁਰੀ ਸੰਗਤ ਵਿੱਚ ਪੈ ਗਏ। ਬੁਰੀ ਸੰਗਤ ਵਿੱਚ ਪੈ ਕੇ ਉਹਨਾਂ ਨੇ ਕਈ ਗਲਤ ਕੰਮ ਕੀਤੇ। ਸਭ ਤੋਂ ਵੱਡੀ ਗਲਤੀ ਉਹਨਾਂ ਨੇ ਘਰ ਤੋਂ ਚੋਰੀ ਕਰਨ ਦੀ ਕੀਤੀ। ਉਹਨਾਂ ਨੇ ਆਪਣੇ ਹੀ ਘਰ ਵਿੱਚ ਸੋਨੇ ਦਾ ਇੱਕ ਗਹਿਣਾ ਚੁਰਾਇਆ। ਬਾਅਦ ਵਿੱਚ ਜਦੋਂ ਉਸਨੇ ਆਪਣੇ ਮਨ ਵਿੱਚ ਪ੍ਰਣ ਕੀਤਾ ਕਿ ਅੱਗੇ ਤੋਂ ਕਦੇ ਚੋਰੀ ਨਹੀਂ ਕਰਨਗੇ, ਗਾਂਧੀ ਜੀ ਨੇ ਸੋਚਿਆ ਕਿ ਉਹ ਆਪਣੇ ਪਿਤਾ ਜੀ ਨੂੰ ਸਾਰੀ ਗੱਲ ਦੱਸ ਕੇ ਉਹਨਾਂ ਤੋਂ ਮਾफ़ੀ ਮੰਗ ਲੈਣਗੇ। ਪਰ ਉਹਨਾਂ ਵਿੱਚ ਆਪਣੇ ਪਿਤਾ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਸੀ। ਉਹਨਾਂ ਨੂੰ ਡਰ ਇਸ ਗੱਲ ਦਾ ਸੀ ਕਿ ਪਿਤਾ ਜੀ ਦੇ ਮਨ ਨੂੰ ਠੇਸ ਲੱਗੇਗੀ, ਮਤਲਬ ਦੁੱਖ ਹੋਏਗਾ ਉਹਨਾਂ ਨੂੰ। ਬਹੁਤ ਸੋਚਣ ਪਿੱਛੋਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਇੱਕ ਚਿੱਠੀ ਲਿਖੀ। ਉਸ ਵਿੱਚ ਉਹਨਾਂ ਨੇ ਆਪਣੀ ਗਲਤੀ ਦਾ ਪੂਰਾ ਬਿਆਨ ਲਿਖ ਦਿੱਤਾ ਗਲਤੀ ਦੀ ਮਾफ़ੀ ਮੰਗੀ ਅਤੇ ਨਾਲ ਹੀ ਇਸ ਗਲਤੀ ਬਦਲੇ ਠੀਕ ਸਜ਼ਾ ਦੇਣ ਦੀ ਮੰਗ ਵੀ ਕੀਤੀ। ਇਹ ਸੀ ਬੱਚਿਓ ਪੈਰਾ। ਹੁਣ ਇਹਨਾਂ ਦੇ ਪ੍ਰਸ਼ਨ ਦੇਖਦੇ ਹਾਂ ਕਿ ਜਿਹੜੇ ਆਪਸ਼ਨ ਦਿੱਤੇ ਨੇ ਉਹਨਾਂ ਵਿੱਚੋਂ ਕਿਹੜੀਆਂ ਆਪਸ਼ਨਾਂ ਸਹੀ ਹੋਣਗੀਆਂ। ਸਾਰੇ ਬੱਚਿਆਂ ਨੇ ਧਿਆਨ ਨਾਲ ਪੈਰਾ ਪੜ੍ਹਿਆ ਹੋਵੇਗਾ। ਆਓ ਆਪਸ਼ਨਸ ਦੇਖਦੇ ਹਾਂ, ਪ੍ਰਸ਼ਨ ਦੇਖਦੇ ਹਾਂ ਕੀ ਹੈ। ਪਹਿਲਾ ਪ੍ਰਸ਼ਨ ਲੈਂਦੇ ਹਾਂ। ਗਾਂਧੀ ਜੀ ਨੇ ਸਭ ਤੋਂ ਵੱਡੀ ਗਲਤੀ ਕਿਹੜੀ ਕੀਤੀ? ਸਭ ਤੋਂ ਵੱਡੀ ਗਲਤੀ ਜਿਹੜੀ ਹੈ ਪੈਰੇ ਦੇ ਅਨੁਸਾਰ ਤੁਸੀਂ ਸੋਚਣਾ ਹੈ ਕਿਹੜੀ ਹੈ। ਉਹ ਬੁਰੀ ਸੰਗਤ 'ਚ ਪੈ ਗਏ ਸੀ। ਹਾਂ, ਬਿਲਕੁਲ ਪੈ ਗਏ ਸੀ। ਉਹਨਾਂ ਨੇ ਆਪਣੇ ਘਰ ਤੋਂ ਗਹਿਣਾ ਚੁਰਾਇਆ। ਹਾਂ, ਬਿਲਕੁਲ ਚੁਰਾਇਆ ਸੀ। ਉਹਨਾਂ ਨੇ ਆਪਣੇ ਪਿਤਾ ਜੀ ਨਾਲ ਗੱਲ ਨਹੀਂ ਕੀਤੀ। ਇਹ ਵੀ ਠੀਕ ਹੈ। ਉਹਨਾਂ ਨੇ ਆਪਣੇ ਪਿਤਾ ਜੀ ਨੂੰ ਚਿੱਠੀ ਲਿਖੀ। ਹਾਂ, ਚਿੱਠੀ ਵੀ ਲਿਖੀ ਸੀ। ਪਰ ਸਭ ਤੋਂ ਵੱਡੀ ਗਲਤੀ ਉਹਨਾਂ ਨੇ ਕਿਹੜੀ ਕੀਤੀ ਸੀ ਕਿ ਉਹਨਾਂ ਨੇ ਚੋਰੀ ਕੀਤੀ ਸੀ ਆਪਣੇ ਹੀ ਘਰ ਤੋਂ ਗਹਿਣੇ ਦੀ। ਇਹ ਉੱਤਰ ਆਏਗਾ ਇਹਦਾ, ਠੀਕ ਹੈ ਨਾ। ਸਭ ਤੋਂ ਵੱਡੀ ਗਲਤੀ ਉਹਨਾਂ ਨੇ ਪੁੱਛੀ ਹੈ। ਪ੍ਰਸ਼ਨ ਨੰਬਰ 2, ਠੇਸ ਲੱਗੇਗੀ ਤੋਂ ਕੀ ਭਾਵ ਹੈ? ਹੁਣੇ ਮੈਂ ਉੱਪਰ ਦੱਸ ਕੇ ਵੀ ਆਇਆ। ਠੇਸ ਲੱਗਣ ਦਾ ਮਤਲਬ ਦੁੱਖ ਲੱਗਣਾ, ਤਕਲੀਫ ਹੋਣੀ, ਚੋਟ ਲੱਗਣੀ, ਮਨ ਨੂੰ ਧੱਕਾ ਲੱਗਣਾ। ਉਪਰੋਕਤ ਸਾਰੇ ਜਿਹੜੇ ਹੈ ਇਹ ਸਹੀ ਆਉਣਗੇ, ਕਿਉਂਕਿ ਸਾਰਿਆਂ ਦਾ ਜਿਹੜਾ ਉੱਤਰ ਹੈ ਸੇਮ ਹੀ ਹੈ। ਪ੍ਰਸ਼ਨ ਨੰਬਰ 3, ਗਾਂਧੀ ਜੀ ਦੇ ਪਿਤਾ ਜੀ ਨੂੰ ਚਿੱਠੀ ਕਿਉਂ ਲਿਖੀ? ਗਾਂਧੀ ਜੀ ਨੇ ਆਪਣੇ ਪਿਤਾ ਨੂੰ ਚਿੱਠੀ ਕਿਉਂ ਲਿਖੀ ਸੀ? ਆਪਸ਼ਨ ਨੇ, ਉਹਨਾਂ ਨੂੰ ਲਿਖਣਾ ਪਸੰਦ ਸੀ। ਉਹਨਾਂ ਦੇ ਪਿਤਾ ਜੀ ਘਰ ਤੋਂ ਦੂਰ ਰਹਿੰਦੇ ਸਨ। ਉਹਨਾਂ ਨੂੰ ਡਰ ਸੀ ਕਿ ਪਿਤਾ ਜੀ ਨੂੰ ਠੇਸ ਲੱਗੇਗੀ। ਉਪਰੋਕਤ ਸਾਰੇ। ਉਹਨਾਂ ਨੇ ਚਿੱਠੀ ਕਿਸ ਗੱਲੋਂ ਲਿਖੀ ਸੀ? ਆਪਾਂ ਪਹਿਰੇ 'ਚ ਪੜ੍ਹਿਆ। ਉਹਨਾਂ ਨੇ ਚਿੱਠੀ ਇਸ ਕਰਕੇ ਲਿਖੀ ਸੀ ਕਿ ਅਗਰ ਮੈਂ ਖੁਦ ਦੱਸਾਂਗਾ ਤਾਂ ਉਹਨਾਂ ਦੇ ਮਨ ਨੂੰ ਬੜੀ ਠੇਸ ਲੱਗੇਗੀ, ਧੱਕਾ ਲੱਗੇਗਾ, ਉਹਨਾਂ ਨੂੰ ਦੁੱਖ ਪਹੁੰਚੇਗਾ, ਮਨ ਨੂੰ ਜਿਹੜਾ ਹੈ ਚੰਗਾ ਨਹੀਂ ਲੱਗੇਗਾ, ਉਹਨਾਂ ਦੇ ਨੂੰ ਦੁਖੀ ਹੋਣਗੇ। ਇਸ ਕਰਕੇ ਉਹਨਾਂ ਨੇ ਪਿਤਾ ਜੀ ਨੂੰ ਜਿਹੜੀ ਇਹ ਚਿੱਠੀ ਲਿਖੀ ਸੀ ਕਿ ਪਿਤਾ ਜੀ ਨੂੰ ਠੇਸ ਲੱਗੇਗੀ, ਇਸ ਡਰੋਂ ਲਿਖੀ ਸੀ। ਇਹਦਾ ਉੱਤਰ ਆਏਗਾ ਈਡੀ। ਪ੍ਰਸ਼ਨ ਨੰਬਰ 4, ਦਿੱਤੇ ਵਾਕ ਵਿੱਚ ਖਾਲੀ ਥਾਂ ਭਰੋ। ਉਹਨਾਂ ਨੇ ਆਪਣੇ ਮਨ ਵਿੱਚ ਡੈਸ਼ ਕਿ ਅੱਗੇ ਤੋਂ ਚੋਰੀ ਨਹੀਂ ਕਰਨਗੇ। ਆਪਣੇ ਮਨ 'ਚ ਕੀ ਕੀਤਾ ਸੀ? ਪ੍ਰਣ ਕੀਤਾ ਸੀ। ਪਹਿਲੇ 'ਚ ਪੜ੍ਹਿਆ ਆਪਾਂ। ਉਹਨਾਂ ਨੇ ਆਪਣੇ ਮਨ 'ਚ ਪ੍ਰਣ ਕੀਤਾ ਸੀ ਕਿ ਅੱਗੇ ਤੋਂ ਚੋਰੀ ਨਹੀਂ ਕਰਨਗੇ।
ਸੋ ਇਹਦਾ ਉੱਤਰ ਆਏਗਾ ਈੜੀ। ਪ੍ਰਸ਼ਨ ਨੰਬਰ 5, ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਗਲਤੀਆਂ ਕਰਦੇ ਰਹੋ, ਮਾफ़ी ਮੰਗਦੇ ਰਹੋ, ਬੁਰੀ ਸੰਗਤ ਤੋਂ ਬਚੋ, ਜਾਂ ਚਿੱਠੀ ਲਿਖਣੀ ਸਿੱਖੋ। ਤਾਂ ਗਾਂਧੀ ਜੀ ਨੇ ਇਸ ਪਹਿਰੇ ਵਿੱਚ ਬੜੇ ਵਿਸਥਾਰ ਨਾਲ ਅਖੀਰ 'ਤੇ ਆ ਕੇ ਗੱਲ ਸਮਝਾਈ ਹੈ ਕਿ ਜ਼ਿੰਦਗੀ 'ਚ ਇਹ ਪ੍ਰਣ ਕਰੋ ਕਿ ਕਦੀ ਵੀ ਬੁਰੀ ਸੰਗਤ ਵਿੱਚ ਨਾ ਪਵੋ। ਉਹਨਾਂ ਨੇ ਪ੍ਰਣ ਕੀਤਾ ਸੀ ਇਸੇ ਕਰਕੇ ਕਿਉਂਕਿ ਇਹ ਗਲਤੀ ਸੀ, ਬਹੁਤ ਵੱਡਾ ਦੁੱਖ ਸੀ ਉਹਨਾਂ ਵਾਸਤੇ। ਉਹਨਾਂ ਨੂੰ ਇੱਕ ਸਿੱਖ ਮਿਲੀ ਸੀ ਕਿ ਬੁਰੀ ਸੰਗਤ ਦੇ ਵਿੱਚ ਨਹੀਂ ਪੈਣਾ। ਸੋ ਇਹਦਾ ਉੱਤਰ ਆਏਗਾ ਬੁਰੀ ਸੰਗਤ ਤੋਂ ਬਚੋ। ਇਹਦਾ ਉੱਤਰ ਆਏਗਾ ਈੜੀ। ਅੱਗੇ ਚੱਲਦੇ ਬੇਟਾ, ਗਣਿਤ ਵਿਸ਼ੇ ਨਾਲ ਸੰਬੰਧਿਤ ਜਿਹੜੀ ਸਾਡੀ ਲੜੀ ਹੈ ਉਸ ਨੂੰ ਅੱਗੇ ਤੋਰਦੇ ਹਾਂ। 793 ਵਿੱਚ ਕਿੰਨੀਆਂ ਦਹਾਈਆਂ ਹਨ? ਸੋ ਬੇਟਾ ਇਹ ਸਵਾਲ ਕਰਨ ਤੋਂ ਪਹਿਲਾਂ, ਇਹ ਸਵਾਲ ਬੜੀ ਵਾਰ ਸਾਨੂੰ ਆਉਣਗੇ, ਆਏ ਵੀ ਨੇ, ਅਸੀਂ ਕੀਤੇ ਵੀ ਨੇ, ਅੱਗੇ ਵੀ ਆਉਣਗੇ। ਮੈਂ ਅੱਗੇ ਵੀ ਦੱਸਦਾ ਹੁੰਦਾ ਕਿ ਜਦੋਂ ਜ਼ਿਆਦਾ ਚੀਜ਼ਾਂ ਦੇ ਕੇ, ਜ਼ਿਆਦਾ ਸੰਖਿਆ ਦੇ ਕੇ ਇੱਕ ਛੋਟੀ ਸੰਖਿਆ ਪੁੱਛੀ ਹੋਵੇ ਉਹਦਾ ਮਤਲਬ ਭਾਗ ਹੁੰਦਾ। ਹਮੇਸ਼ਾ ਯਾਦ ਰੱਖਣਾ, ਜਦੋਂ ਜ਼ਿਆਦਾ ਸੰਖਿਆ ਦੇ ਕੇ, ਵੱਡੀ ਸੰਖਿਆ ਦੇ ਕੇ ਛੋਟੀ ਸੰਖਿਆ ਪੁੱਛੀ ਹੋਵੇ ਉਹਦਾ ਮਤਲਬ ਭਾਗ ਹੁੰਦਾ। ਛੋਟੀ ਸੰਖਿਆ ਦੇ ਕੇ ਕੋਈ ਵੱਡੀ ਸੰਖਿਆ ਪੁੱਛੀ ਹੈ ਉਹਦਾ ਮਤਲਬ ਗੁਣਾ ਹੁੰਦਾ, ਮਲਟੀਪਲਾਈ ਹੁੰਦਾ। ਠੀਕ ਹੈ, ਹਮੇਸ਼ਾ ਯਾਦ ਰੱਖਣਾ। ਹੁਣ ਇੱਥੇ ਇੱਕ ਵੱਡੀ ਸੰਖਿਆ ਦਿੱਤੀ ਹੈ 793 ਦਹਾਈਆਂ ਪੁੱਛੀਆਂ, ਦਹਾਈ 10 ਦੀ ਹੁੰਦੀ ਹੈ। ਸੋ ਛੋਟੀ ਸੰਖਿਆ ਪੁੱਛੀ ਹੈ, ਇਹਦਾ ਮਤਲਬ ਭਾਗ ਕਰਾਂਗੇ 10 ਨਾਲ। ਜਦੋਂ ਭਾਗ ਕਰਾਂਗੇ 793 ਨੂੰ ਤਾਂ ਇਹਦਾ ਉੱਤਰ ਜਿਹੜਾ ਹੈ 790 ਤੇ 3 ਬਾਕੀ ਆ ਜਾਏਗਾ। ਤੁਸੀਂ ਭਾਗ ਕਰਕੇ ਵੇਖ ਲਿਓ ਕਿਉਂਕਿ ਉਸ ਤਰ੍ਹਾਂ ਵੀਡੀਓ ਲੰਬੀ ਹੋ ਜਾਏਗੀ। ਸੋ ਜਿਹੜਾ 3 ਬਾਕੀ ਬਚਿਆ ਉਹ ਕਿਸੇ ਦਹਾਈ ਵਿੱਚ ਤਾਂ ਜ਼ਰੂਰ ਆਉਂਦਾ ਪਰ ਪੂਰਨ ਦਹਾਈ ਨਹੀਂ ਹੈ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ 79 ਦਹਾਈਆਂ ਜਿਹੜੀਆਂ ਨੇ ਉਹ ਬਣੀਆਂ। ਹੁਣ 79 ਨੂੰ ਜਦੋਂ ਅਸੀਂ 10 ਨਾਲ ਗੁਣਾ ਕਰਾਂਗੇ ਤਾਂ ਤੁਸੀਂ ਦੇਖ ਲਿਓ 790 ਬਣਨਗੇ ਅਤੇ 3 ਜਿਹੜੇ ਉੱਪਰ ਅੰਕ ਨੇ, ਇਕਾਈਆਂ ਨੇ, ਉਹ ਵੱਜ ਜਾਣਗੀਆਂ। ਉਹਨਾਂ ਦਹਾਈਆਂ ਪੁੱਛੀਆਂ, ਇਕਾਈਆਂ 3 ਵੱਜ ਜਾਣਗੀਆਂ ਔਰ 79 ਦਹਾਈਆਂ ਜਿਹੜੀਆਂ ਨੇ ਉਹ ਬਣ ਜਾਣਗੀਆਂ। ਉੱਤਰ ਆਏਗਾ ਐੜਾ। ਪ੍ਰਸ਼ਨ ਨੰਬਰ 2, ਹੇਠਾਂ ਦਿੱਤੀ ਆਕ੍ਰਿਤੀ ਵਿੱਚੋਂ ਕਿਸ ਆਕ੍ਰਿਤੀ ਦਾ ਖੇਤਰਫਲ ਸਭ ਤੋਂ ਵੱਧ ਹੈ? ਜੇਕਰ ਹਰੇਕ ਵਰਗ ਦੀ ਭੁਜਾ 1 ਸੈਂਟੀਮੀਟਰ ਅਤੇ ਖੇਤਰਫਲ 1 ਵਰਗ ਸੈਂਟੀਮੀਟਰ ਹੋਵੇ। ਹਮੇਸ਼ਾ ਯਾਦ ਰੱਖਣਾ ਬੇਟੇ, ਬੜੀ ਵਾਰ ਕੁਐਸਚਨ ਆ ਗਿਆ, ਵੀ ਚੌਥੀ ਵਾਰ ਕੁਐਸਚਨ ਆ ਗਿਆ ਵਰਗ ਸੈਂਟੀਮੀਟਰ ਵਾਲਾ। ਆਪਾਂ ਲੜੀ ਲਗਾਤਾਰ ਕਰ ਰਹੇ ਹਾਂ ਔਰ ਮੇਰੇ ਖਿਆਲ 17ਵੀਂ 18ਵੀਂ ਲੜੀ 'ਚ ਵੀ ਇਹ ਕੁਐਸਚਨ ਸੇਮ ਆਇਆ ਸੀ। ਬੇਟਾ ਜਦੋਂ ਵਰਗ ਦੀ ਗੱਲ ਆਏਗੀ ਨਾ ਅਤੇ 1 ਸੈਂਟੀਮੀਟਰ ਦੀ ਗੱਲ ਆਏਗੀ ਤਾਂ ਹਮੇਸ਼ਾ ਯਾਦ ਰੱਖਣਾ ਜਿੰਨੇ ਵਰਗ ਜ਼ਿਆਦਾ ਹੋਣਗੇ ਉਨਾ ਹੀ ਖੇਤਰਫਲ ਜ਼ਿਆਦਾ ਹੋਏਗਾ। ਸਿੰਪਲ, ਕਿਉਂਕਿ ਵਰਗ ਭੁਜਾ ਗੁਣਾ ਭੁਜਾ ਇਹਦਾ ਖੇਤਰਫਲ ਹੁੰਦਾ ਔਰ ਜਿੰਨੇ ਵਰਗ ਜ਼ਿਆਦਾ ਹੋਣਗੇ ਉਨਾ ਜ਼ਿਆਦਾ ਖੇਤਰਫਲ ਜ਼ਿਆਦਾ ਹੋਏਗਾ। ਹੁਣ ਵਰਗ ਗਿਣ ਲਓ, ਕਿੰਨਾ ਵਿੱਚ ਵਰਗ ਜ਼ਿਆਦਾ ਨੇ ਉਹਨਾਂ ਦਾ ਖੇਤਰਫਲ ਜ਼ਿਆਦਾ ਹੋਏਗਾ, ਉਹੀ ਆਕ੍ਰਿਤੀ ਉੱਤਰ ਹੋਏਗੀ। ਸੋ ਮੇਰੇ ਹਿਸਾਬ ਨਾਲ ਉੱਤਰ ਐੜਾ ਆਏਗਾ। ਤੁਸੀਂ ਬਾਕੀ ਵਰਗ ਗਿਣ ਕੇ ਵੇਖ ਸਕਦੇ ਹੋ। ਪ੍ਰਸ਼ਨ ਨੰਬਰ 3, ਰੇਲਵੇ ਸਟੇਸ਼ਨ 'ਤੇ ਲੱਗੀ 24 ਘੰਟੇ ਵਾਲੀ ਘੜੀ 16:40 ਦਾ ਸਮਾਂ ਦਰਸਾ ਰਹੀ ਹੈ। ਇੱਕ ਯਾਤਰੀ ਨੇ ਆਪਣੀ ਗੁੱਟ ਘੜੀ ਜੋ ਕਿ 12 ਘੰਟੇ ਵਾਲੀ ਹੈ ਉੱਪਰ 16:40 ਸਮਾਂ ਦਰਸਾਉਣਾ ਹੈ। ਉਹ ਹੇਠ ਦਿੱਤੀਆਂ ਘੜੀਆਂ ਵਿੱਚੋਂ ਕਿਹੜੀ ਘੜੀ ਅਨੁਸਾਰ ਆਪਣੀ ਗੁੱਟ ਘੜੀ ਤੋਂ ਸਮਾਂ ਸੈੱਟ ਕਰੇਗਾ? ਅਸੀਂ ਪਿਛਲੀ ਵਾਰ ਵੀ ਸਮਝਿਆ ਸੀ ਕਿ ਇਸ 24 ਘੰਟੇ ਵਾਲੀ ਜਿਹੜੀ ਘੜੀ ਹੈ ਉਸ ਨੂੰ 12 ਘੰਟੇ ਵਾਲੀ ਘੜੀ ਵਿੱਚ ਕਿਵੇਂ ਚੇਂਜ ਕਰਦੇ ਹਾਂ। ਮੈਂ ਫਿਰ ਦੁਬਾਰਾ ਦੱਸ ਰਿਹਾ ਹਾਂ ਤਾਂ ਕਿ ਤੁਹਾਡੀ ਯਾਦ ਤਾਜ਼ਾ ਰਹੇ ਕਿ ਜਦੋਂ ਦੁਪਹਿਰ ਦੇ 12 ਵੱਜਦੇ ਨੇ ਤਾਂ 12 ਤੋਂ ਬਾਅਦ PM ਸ਼ੁਰੂ ਹੋ ਜਾਂਦਾ ਹੈ, ਮਤਲਬ ਸ਼ਾਮ ਦਾ ਸਮਾਂ ਉੱਥੋਂ ਸ਼ੁਰੂ ਗਿਣ ਲਿਆ ਜਾਂਦਾ ਹੈ ਕਿ ਹੁਣ ਦਿਨ ਦਾ ਸਮਾਂ, ਦੁਪਹਿਰ ਦਾ ਸਮਾਂ ਖਤਮ ਹੋ ਗਿਆ ਹੈ, ਹੁਣ ਰਾਤ ਦਾ ਸਮਾਂ ਚਾਲੂ ਹੈ। ਸੋ 12:59 ਤੋਂ
ਜਦੋਂ 1 ਵੱਜਦਾ ਹੈ ਤਾਂ ਉਦੋਂ 24 ਘੰਟਿਆਂ ਵਾਲੀ ਸੂਈ 'ਤੇ 13 ਵੱਜ ਜਾਂਦੇ ਨੇ, ਮਤਲਬ 12 ਤੋਂ ਬਾਅਦ 13। ਇਸ ਤਰ੍ਹਾਂ ਕਰਦੇ ਕਰਦੇ ਰਾਤ 12 ਵਜੇ 24 ਵੱਜ ਜਾਣਗੇ ਅਤੇ ਰਾਤ 12:59 ਤੋਂ ਬਾਅਦ, ਠੀਕ 59 ਮਿੰਟ ਤੋਂ ਬਾਅਦ ਜਦੋਂ 1 ਵੱਜੇਗਾ ਤਾਂ ਉਦੋਂ 24 ਤੋਂ ਬਾਅਦ 1 ਵੱਜੇਗਾ ਆਪਣੇ ਆਪ ਹੀ। ਠੀਕ ਹੈ। ਸੋ ਹੁਣ ਉਹਨੇ ਗੁੱਟ ਘੜੀ ਸੈੱਟ ਕਰਨੀ ਹੈ 16:40 'ਤੇ, ਔਰ ਆਪਾਂ 12 ਘੰਟੇ ਵਾਲੀ ਸੂਈ 'ਤੇ ਵੇਖਣਾ ਹੈ। ਆਪਾਂ ਸਿਰਫ 12 ਵਜੇ ਦੁਪਹਿਰ ਤੋਂ ਅੱਗੇ 13 ਗਿਣ ਲੈਣਾ, 14 ਗਿਣ ਲੈਣਾ, 15 ਗਿਣ ਲੈਣਾ ਅਤੇ 16 ਗਿਣ ਲੈਣਾ। ਕਿੰਨੇ ਬਣੇ? 4 ਘੰਟੇ। ਸੋ ਇਸ 4 ਘੰਟੇ ਨੂੰ ਆਪਾਂ 4 ਗਿਣ ਲਿਆ, 16 ਹੋ ਗਏ, ਔਰ 40 ਮਿੰਟ ਜਿਹੜੇ ਨੇ ਉੱਪਰ ਗਿਣ ਲੈਣੇ ਨੇ। ਇਹ ਬਣ ਗਏ 16:40, ਮਤਲਬ 4:40। ਸੋ ਸਹੀ ਉੱਤਰ ਜਿਹੜਾ ਹੈ ਉਹ ਸੱਸਾ ਹੋਏਗਾ। ਪ੍ਰਸ਼ਨ ਨੰਬਰ 4, ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਐਕਸਪ੍ਰੈਸ ਗੱਡੀ ਦੇ ਆਉਣ ਦਾ ਸਮਾਂ ਸਵੇਰੇ 5:20 ਸੀ, ਪਰੰਤੂ ਕੁਝ ਕਾਰਨਾਂ ਕਰਕੇ ਗੱਡੀ 14 ਵਜੇ, ਮਤਲਬ 2 ਵਜੇ, 12 ਤੋਂ ਬਾਅਦ 13 ਅਤੇ 14, 2 ਵਜੇ ਪਹੁੰਚੀ। ਇਸ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਪਹਿਲਾਂ ਆਪਾਂ ਦੇਖਣਾ ਹੈ ਗੱਡੀ ਕਿੰਨੇ ਘੰਟੇ ਲੇਟ ਪਹੁੰਚੀ। ਸ਼ਾਇਦ ਇਹੀ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੋਵੇਗਾ, ਔਰ ਇਹੀ ਪੁੱਛਿਆ ਹੈ। ਆਪਾਂ ਦੇਖਣਾ ਹੈ ਕਿੰਨੇ ਘੰਟੇ ਲੇਟ ਸੀ। 8 ਘੰਟੇ 40 ਮਿੰਟ ਲੇਟ ਬਣਦੀ ਹੈ, ਤੁਸੀਂ ਕਾਊਂਟਿੰਗ ਕਰਕੇ ਵੇਖ ਲਓ, ਕਿਉਂਕਿ ਕਾਊਂਟਿੰਗ ਆਪਾਂ 5 ਵਜੇ ਤੋਂ ਲੈ ਕੇ 1 ਮਿੰਟ 20 ਮਿੰਟ ਦਾ ਸਮਾਂ ਛੱਡ ਦਿਓ, ਉਹਨੂੰ ਘਟਾ ਲਿਓ। 5 ਤੋਂ ਲੈ ਕੇ ਦੁਪਹਿਰ 2 ਵਜੇ ਤੱਕ 8 ਘੰਟੇ ਬਣਦੇ ਨੇ, 9 ਘੰਟੇ ਬਣਦੇ ਨੇ, ਔਰ 20 ਮਿੰਟ ਜਿਹੜੇ 20 ਮਿੰਟ ਅੱਗੇ ਨੇ, ਇਸ ਕਰਕੇ 20 ਮਿੰਟ ਘਟਾਵਾਂਗੇ, ਉਹ ਬਣ ਗਏ 8:40। 9 ਚੋਂ ਆਪਾਂ ਜਦੋਂ 20 ਮਿੰਟ ਘਟਾਵਾਂਗੇ ਤਾਂ ਬਚ ਗਏ 8:40। ਸੋ ਇਸ ਦਾ ਉੱਤਰ ਜਿਹੜਾ ਹੈ ਉਹ ਦੇਰੀ ਨਾਲ ਗੱਡੀ ਆ ਰਹੀ ਹੈ, ਕਿਉਂਕਿ ਲੇਟ ਹੈ ਗੱਡੀ, ਉਹ ਲਿਖਿਆ ਵੀ ਹੈ। ਇਸ ਕਰਕੇ ਕਨਫਿਊਜ਼ ਨਹੀਂ ਹੋਣਾ, ਗੱਡੀ ਪਹਿਲਾਂ ਨਹੀਂ ਆ ਰਹੀ, ਗੱਡੀ ਲੇਟ ਆ ਰਹੀ ਹੈ। ਲਿਖਿਆ ਵੀ ਹੈ ਆਉਣ ਦਾ ਸਮਾਂ ਸਵੇਰ ਦਾ ਸੀ 5:20 ਦਾ, ਪਰ ਲੇਟ ਆ ਰਹੀ ਹੈ 8 ਘੰਟੇ 40 ਮਿੰਟ। ਅਗਲਾ ਪ੍ਰਸ਼ਨ, ਦਿੱਤੇ ਗਏ ਛੜ ਗ੍ਰਾਫ ਨੂੰ ਦੇਖ ਕੇ ਦੱਸੋ ਕਿ ਹਫ਼ਤੇ ਦੇ ਕਿਹੜੇ ਦਿਨ ਬਰਾਬਰ ਮੀਂਹ ਪਿਆ। ਹੁਣ ਇਹ ਵੀ ਮੈਂ ਛੜ ਗ੍ਰਾਫ ਤੁਹਾਨੂੰ ਦੇਖਣਾ ਦੱਸਿਆ ਸੀ, ਪਿਛਲੀ ਵਾਰ ਵੀ ਆਇਆ ਸੀ, ਕਿ ਇੱਕ ਫਿਗਰ ਇਸ ਪਾਸੇ ਨੂੰ ਦਿੱਤੀ ਹੁੰਦੀ ਹੈ, ਇੱਕ ਫਿਗਰ ਇਸ ਪਾਸੇ ਨੂੰ ਦਿੱਤੀ ਹੁੰਦੀ ਹੈ, ਮਤਲਬ ਕਿ ਦੋਵਾਂ ਨੂੰ ਆਪਾਂ ਕੋਰੀਲੇਟ ਕਰਨਾ ਹੁੰਦਾ ਹੈ, ਇਕੱਠਿਆਂ ਕਰਕੇ ਦੇਖਣਾ ਹੁੰਦਾ ਕਿ ਕੀ ਪੁੱਛਿਆ ਗਿਆ ਹੈ, ਕੀ ਉੱਤਰ ਆਏਗਾ। ਸੋ ਉੱਪਰ ਨੂੰ ਮੀਂਹ ਸੈਂਟੀਮੀਟਰਾਂ ਵਿੱਚ ਪਿਆ। ਆਪਾਂ ਫਿਰ ਕਿਤੇ ਵੀਡੀਓ ਬਣਾਵਾਂਗੇ, ਦੱਸਾਂਗੇ ਕਿ ਮੀਂਹ ਨੂੰ ਸੈਂਟੀਮੀਟਰਾਂ 'ਚ ਕਿਵੇਂ ਮਿਣਦੇ ਆ, ਮੀਂਹ ਕਿੰਨੇ ਸੈਂਟੀਮੀਟਰ ਪਿਆ। ਆਖਰ ਅਖਬਾਰਾਂ 'ਚ ਤੁਸੀਂ ਦੇਖਦੇ ਹੋ, ਪੜ੍ਹਦੇ, ਸੁਣਦੇ ਹੋ ਟੀ ਵੀ 'ਤੇ। ਆਪਾਂ ਇਹਦੇ ਬਾਰੇ ਵੱਖਰਾ ਇੱਕ ਵੀਡੀਓ ਬਣਾ ਕੇ ਬੱਚਿਆਂ ਨੂੰ ਦੱਸਾਂਗੇ। ਚਲੋ ਹੁਣ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਪੁੱਛਿਆ ਕਿ ਕਿਹੜੇ ਦਿਨ ਬਰਾਬਰ ਮੀਂਹ ਪਿਆ। ਹੁਣ ਸੋਮਵਾਰ ਦੇਖੋ 12 ਸੈਂਟੀਮੀਟਰ ਮੀਂਹ ਪਿਆ, ਮੰਗਲਵਾਰ 8 ਸੈਂਟੀਮੀਟਰ, ਬੁੱਧਵਾਰ 12 ਸੈਂਟੀਮੀਟਰ, ਵੀਰਵਾਰ 9 ਸੈਂਟੀਮੀਟਰ, ਸ਼ੁੱਕਰਵਾਰ ਕਰੀਬ 6 ਸੈਂਟੀਮੀਟਰ, ਔਰ ਸ਼ਨੀਵਾਰ 5 ਸੈਂਟੀਮੀਟਰ, ਅਤੇ ਐਤਵਾਰ ਮੀਂਹ ਪਿਆ 10 ਸੈਂਟੀਮੀਟਰ। ਸੋ ਬਰਾਬਰ ਕਿਹੜੇ ਦਿਨਾਂ 'ਚ ਪਿਆ? ਸੋਮਵਾਰ ਅਤੇ ਬੁੱਧਵਾਰ। ਇਹ ਦੇਖੋ ਮੈਂ ਰੇਖਾ ਖਿੱਚਤੀ ਹੈ, ਬਿਲਕੁਲ ਬਰਾਬਰ ਆ ਰਹੇ ਨੇ ਸੋਮਵਾਰ ਅਤੇ ਬੁੱਧਵਾਰ। ਉੱਤਰ ਆਏਗਾ ਸੱਸਾ। ਅੱਗੇ ਹੈ ਲੜੀ ਦੇ ਵਿੱਚ ਵਾਤਾਵਰਨ ਸਿੱਖਿਆ ਦਾ ਪ੍ਰਸ਼ਨ, ਜਿਹੜੇ ਇਸ ਲੜੀ ਵਿੱਚ ਆਏ ਨੇ ਉਸ ਨੂੰ ਡਿਸਕਸ ਕਰਦੇ ਹਾਂ। ਪਿਛਲੇ ਮਹੀਨੇ ਰਾਜੂ ਦੇ ਵੱਡੇ ਭਰਾ ਦਾ ਵਿਆਹ ਸੀ। ਘਰ ਵਿੱਚ ਨਵੀਂ ਵਹੁਟੀ ਦੇ ਆਉਣ ਨਾਲ ਕਾਰਨ ਪਰਿਵਾਰਕ ਮੈਂਬਰ ਵੱਧ ਗਏ ਹਨ। ਨਵੀਂ ਵਹੁਟੀ ਅਤੇ ਰਾਜੂ ਦਾ ਆਪਸ ਵਿੱਚ ਕੀ ਰਿਸ਼ਤਾ ਹੋਵੇਗਾ? ਹੁਣ ਰਾਜੂ ਕਿਉਂਕਿ ਛੋਟਾ ਬੇਟਾ, ਔਰ ਜਦੋਂ ਉਹਦਾ ਵੱਡਾ ਬ੍ਰਦਰ ਵਿਆਹ ਗਿਆ ਤਾਂ ਉਸ ਦੀ ਭਰਜਾਈ ਲੱਗੀ, ਭਾਬੀ ਲੱਗੀ, ਠੀਕ ਹੈ ਨਾ। ਅਗਰ ਮੰਨ ਲਓ
ਰਾਜੂ ਵੱਡਾ ਹੁੰਦਾ ਫਿਰ ਉਹ ਜੇਠ ਲੱਗਦਾ ਹੈ ਨਾ। ਤੁਸੀਂ ਘਰਾਂ 'ਚ ਵੀ ਡਿਸਕਸ ਕਰਿਆ ਕਰੋ, ਰਿਸ਼ਤੇ ਬਹੁਤ ਜ਼ਰੂਰੀ ਨੇ, ਪਹਿਚਾਣ ਹੋਣੀ ਚਾਹੀਦੀ ਹੈ। ਮਾਂ ਬਾਪ ਦਾ ਵੀ ਫਰਜ਼ ਹੈ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਣ ਇਹ ਨਿੱਕੀ ਨਿੱਕੀਆਂ ਗੱਲਾਂ। ਅਗਰ ਵੱਡਾ ਹੁੰਦਾ ਤਾਂ ਜੇਠ ਹੁੰਦਾ, ਕਿਉਂਕਿ ਛੋਟਾ ਹੈ ਰਾਜੂ ਕਰਕੇ ਦੇਵਰ ਬਣਿਆ ਜਾਂ ਦਿਓਰ ਬਣਿਆ, ਜੋ ਮਰਜ਼ੀ ਕਹਿ ਲਓ। ਸੋ ਉਹਨਾਂ ਦਾ ਰਿਸ਼ਤਾ ਕੀ ਬਣਿਆ, ਭੈਣ ਭਰਾ, ਜੀਜਾ ਸਾਲੀ, ਦਿਓਰ ਭਰਜਾਈ ਜਾਂ ਕੋਈ ਵੀ ਰਿਸ਼ਤਾ ਨਹੀਂ ਹੋਏਗਾ। ਤਾਂ ਆਪਾਂ ਹੁਣੇ ਦੱਸ ਵੀ ਚੁੱਕੇ ਹਾਂ ਕਿ ਉਹਨਾਂ ਦਾ ਰਿਸ਼ਤਾ ਜਿਹੜਾ ਉਹ ਕੀ ਬਣਿਆ, ਦਿਓਰ ਭਰਜਾਈ ਵਾਲਾ। ਪ੍ਰਸ਼ਨ ਨੰਬਰ 2, ਅੱਜ ਕੱਲ੍ਹ ਲੋਕ ਰੁਜ਼ਗਾਰ ਲਈ ਪਿੰਡਾਂ ਤੋਂ ਸ਼ਹਿਰਾਂ ਵੱਲ ਪ੍ਰਵਾਸ ਕਰ ਰਹੇ ਹਨ, ਜਿਸ ਕਾਰਨ ਸ਼ਹਿਰਾਂ ਵਿੱਚ ਘਰਾਂ ਦੀ ਮੰਗ ਵੱਧ ਰਹੀ ਹੈ। ਇਸ ਲਈ ਸ਼ਹਿਰਾਂ ਵਿੱਚ ਕਿਹੋ ਜਿਹੇ ਘਰ ਬਣਾਉਣ ਦਾ ਰਿਵਾਜ਼ ਵੱਧ ਰਿਹਾ ਹੈ? ਵੱਡੇ ਕਮਰਿਆਂ ਦਾ, ਵੱਡਿਆਂ ਕਮਰਿਆਂ ਵਾਲੇ ਘਰ ਬਣਾਉਣ ਦਾ, ਵਧੇਰੇ ਸ਼ਾਨਦਾਰ ਅਤੇ ਵੱਡੇ ਘਰ ਬਣਾਉਣ ਦਾ, ਬਹੁ ਮੰਜ਼ਲੇ ਫਲੈਟਾਂ ਵਾਲੇ ਘਰ ਬਣਾਉਣ ਦਾ, ਜਾਂ ਵੱਡੇ ਪਾਰਕਾਂ ਵਾਲੇ ਘਰ ਬਣਾਉਣ ਦਾ। ਅਸੀਂ ਚੌਥੀ ਵਿੱਚ ਪੜ੍ਹਿਆ ਸੀ ਬੇਟਾ ਕਿ ਜਦੋਂ ਪ੍ਰਵਾਸ ਹੁੰਦੀ ਹੈ ਜਾਂ ਮਾਈਗ੍ਰੇਟ ਹੁੰਦੇ ਨੇ ਲੋਕ, ਸ਼ਹਿਰਾਂ 'ਚ ਭੀੜ ਵੱਧਦੀ ਹੈ ਅਤੇ ਸ਼ਹਿਰਾਂ 'ਚ ਫਲੈਟਨੁਮੀ ਜਿਹੜੇ ਘਰ ਨੇ ਉਹ ਬਣਨੇ ਸ਼ੁਰੂ ਹੋ ਗਏ ਨੇ, ਛੋਟੇ ਛੋਟੇ ਕਈ ਮੰਜ਼ਲਾਂ ਦੇ ਵਿੱਚ। ਉੱਤਰ ਆਏਗਾ ਤੀਸਰਾ, ਈੜੀ। ਅਗਲਾ ਪ੍ਰਸ਼ਨ, ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ। ਸੜਕਾਂ ਦੇ ਕਿਨਾਰੇ 'ਤੇ ਦੂਰੀ ਨੂੰ ਦਰਸਾਉਣ ਲਈ ਪੱਥਰ ਲੱਗੇ ਹੋਏ ਹਨ। ਇਹਨਾਂ ਪੱਥਰਾਂ ਉੱਤੇ ਆਮ ਤੌਰ 'ਤੇ ਕਿਹੜੀ ਇਕਾਈ ਵਿੱਚ ਦੂਰੀ ਲਿਖੀ ਹੁੰਦੀ ਹੈ? ਤਾਂ ਕੁਝ ਸਮਾਂ ਸੀ ਬੇਟਾ ਅਸੀਂ ਅੰਦਾਜ਼ੇ ਨਹੀਂ ਮਾਪਦੇ ਸਾਂ। ਥੱਲੇ ਪਹਿਲਾ ਜਿਹੜਾ ਹੈ ਕੋ ਨਾ ਤੁਰੀ ਬਾਬਾ ਧਿਆਈ, ਇੱਕ ਮੁਹਾਵਰਾ ਹੈ, ਤੁਸੀਂ ਸ਼ਾਇਦ ਬਜ਼ੁਰਗਾਂ ਕੋਲ ਸੁਣਿਆ ਹੋਵੇਗਾ, ਟੀਚਰਾਂ ਕੋਲ ਸੁਣਿਆ, ਅਧਿਆਪਕਾਂ ਕੋਲ ਸੁਣਿਆ ਹੋਵੇਗਾ। ਕੋ ਤੋਂ ਬਾਅਦ ਮੀਲ ਚੱਲੇ, ਮੀਲ ਦੇ ਮਾਈਲਸ, ਜਿਹਨੂੰ ਮਾਈਲਸਟੋਨ ਵੀ ਕਹਿੰਦੇ ਆ, ਪਰ ਅਸਲ ਦੇ ਵਿੱਚ ਉਹਨਾਂ ਦੇ ਉੱਤੇ ਜਿਹੜੀ ਮਾਰਕਿੰਗ ਹੈ ਉਹ ਕਿਲੋਮੀਟਰ ਦਰਸਾਈ ਗਈ ਹੁੰਦੀ ਹੈ। ਬੇਸ਼ੱਕ ਉਹਨੂੰ ਮਾਈਲਸਟੋਨ ਕਹਿੰਦੇ ਆ, ਪਰ ਅਸਲ ਦੇ ਵਿੱਚ ਉਹ ਕਿਲੋਮੀਟਰਾਂ 'ਚ ਦੂਰੀ ਦਰਸਾਈ ਗਈ ਹੁੰਦੀ ਹੈ। ਸੋ ਉੱਤਰ ਆਏਗਾ ਇਹਦਾ ਈੜੀ। ਪ੍ਰਸ਼ਨ ਨੰਬਰ 4, ਸ੍ਰੀ ਹਰਿਮੰਦਰ ਸਾਹਿਬ ਜੀ ਜੇ ਦਰਸ਼ਨ ਕਰਨ ਲਈ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ, ਜਦੋਂ ਜਾਂਦੇ ਹੋਏ ਰਸਤੇ ਵਿੱਚ ਉਕਤ ਬੋਰਡ ਦੇਖਣ ਤੋਂ ਬਾਅਦ ਦੱਸੋ ਕਿ ਹਰਿਮੰਦਰ ਸਾਹਿਬ ਪਹੁੰਚਣ ਲਈ ਅਜੇ ਕਿੰਨੀ ਦੂਰੀ ਤੈਅ ਕਰਨੀ ਹੋਵੇਗੀ? ਜਿਸ ਤਰ੍ਹਾਂ ਲਿਖਿਆ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ 5 ਕਿਲੋਮੀਟਰ, ਪਠਾਨਕੋਟ 85 ਕਿਲੋਮੀਟਰ, ਜੰਮੂ 125 ਕਿਲੋਮੀਟਰ। ਇਸ ਤਰ੍ਹਾਂ ਤਿੰਨੇ ਦੂਰੀਆਂ ਜਿਹੜੀਆਂ ਲਿਖੀਆਂ ਹੋਈਆਂ ਨੇ। ਹੁਣ ਆਪਸ਼ਨ ਹੈ ਲਗਭਗ 80 ਕਿਲੋਮੀਟਰ, ਲਗਭਗ 45 ਕਿਲੋਮੀਟਰ, ਲਗਭਗ 100 ਕਿਲੋਮੀਟਰ। ਇਸ ਬੋਰਡ ਨੂੰ ਦੇਖ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੂਰੀ ਦਾ ਪਤਾ ਨਹੀਂ ਲੱਗਦਾ। ਹੁਣ ਅੰਮ੍ਰਿਤਸਰ ਦੀ ਦੂਰੀ ਦਾ ਤਾਂ ਬੇਟਾ ਪਤਾ ਲੱਗ ਰਿਹਾ ਹੈ ਕਿ 5 ਕਿਲੋਮੀਟਰ ਦੂਰੀ ਰਹਿ ਗਈ ਹੈ, ਲੇਕਿਨ ਹਰਿਮੰਦਰ ਸਾਹਿਬ ਦੀ ਦੂਰੀ ਦਾ ਇੱਥੇ ਜ਼ਿਕਰ ਨਹੀਂ ਹੈ। ਕੁਐਸਚਨ ਥੋੜ੍ਹਾ ਜਿਹਾ ਕਨਫਿਊਜ਼ਡ ਹੈ, ਕਿਉਂਕਿ ਥੋੜ੍ਹਾ ਮੁਸ਼ਕਲ ਭਰਿਆ ਹੈ, ਕਿਉਂਕਿ ਇਹਦੇ ਵਿੱਚ ਆਨਸਰ ਹਰਿਮੰਦਰ ਸਾਹਿਬ ਦਾ ਪੁੱਛਿਆ ਗਿਆ। ਬੇਸ਼ੱਕ ਹਰਿਮੰਦਰ ਸਾਹਿਬ ਜਿਹੜਾ ਹੈ ਅੰਮ੍ਰਿਤਸਰ ਦੇ ਵਿੱਚ ਹੀ ਸਥਿਤ ਹੈ, ਲੇਕਿਨ ਅੰਮ੍ਰਿਤਸਰ ਦੀ ਦੂਰੀ 5 ਕਿਲੋਮੀਟਰ ਦਿੱਤੀ ਗਈ ਹੈ। ਠੀਕ ਹੈ, ਸੋ ਦੂਰੀ ਸਾਨੂੰ ਬੇਸ਼ੱਕ 5 ਕਿਲੋਮੀਟਰ ਤੈਅ ਕਰਨੀ ਪਵੇਗੀ, ਲੇਕਿਨ ਉਹ ਅੰਮ੍ਰਿਤਸਰ ਦੀ ਕਰਨੀ ਪਵੇਗੀ। ਔਰ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਹੈ। ਉੱਤਰ ਬੇਸ਼ੱਕ ਚੌਥਾ ਹੀ ਆਵੇਗਾ, ਕਿਉਂਕਿ ਅੰਮ੍ਰਿਤਸਰ ਦੀ ਦੂਰੀ ਦਾ ਪਤਾ ਨਹੀਂ ਲੱਗਦਾ, ਕਿਉਂਕਿ ਬੇਸ਼ੱਕ 5 ਕਿਲੋਮੀਟਰ ਦੂਰੀ ਹੈ। ਪਤਾ ਕਿਉਂ ਨਹੀਂ ਲੱਗਦਾ? ਕਿਉਂਕਿ ਇੱਥੇ ਕਨਫਿਊਜ਼ਨ ਹੈ। ਹਰਿਮੰਦਰ ਸਾਹਿਬ ਅਤੇ ਅੰਮ੍ਰਿਤਸਰ ਦੀ ਦੂਰੀ ਮਿਕਸ ਕਰ ਦਿੱਤੀ ਗਈ ਹੈ, ਕਿਉਂਕਿ ਜਦੋਂ ਅੰਮ੍ਰਿਤਸਰ ਪਹੁੰਚ ਜਾਂਦੇ ਆ ਫਿਰ ਅੱਗੇ ਜਾ ਕੇ ਫਿਰ ਤੁਹਾਨੂੰ ਬੋਰਡ ਮਿਲਣਗੇ, ਜਦੋਂ ਲਿਖਿਆ ਹੁੰਦਾ ਹੈ ਕਿ ਹਰਿਮੰਦਰ ਸਾਹਿਬ ਜਿਹੜਾ ਹੁਣ ਇੰਨੇ ਕਿਲੋਮੀਟਰ ਇੱਥੋਂ ਹੈਗਾ। ਅੰਮ੍ਰਿਤਸਰ ਦੇ ਕਿਸੇ ਵੀ ਗੇਟ ਤੋਂ, ਕਿਸੇ ਵੀ ਏਰੀਏ ਤੋਂ ਤੁਸੀਂ ਜਦੋਂ ਹਰਿਮੰਦਰ ਸਾਹਿਬ ਦਾ ਬੋਰਡ ਦੇ ਉੱਤੇ ਐਰੋ ਲੱਗਾ, ਤੀਰ ਲੱਗਾ ਵੇਖੋਗੇ ਤਾਂ ਦੂਰੀ ਦਿੱਤੀ ਹੁੰਦੀ ਹੈ। ਸੋ ਇਹ ਕਨਫਿਊਜ਼ਡ ਹੈ। ਅਗਰ ਤੁਸੀਂ ਇਹ ਕੁਐਸਚਨ ਕਰਨਾ ਚਾਹੋ ਕਰ ਸਕਦੇ ਹੋ, ਨਹੀਂ ਕਰਨਾ ਚਾਹੁੰਦੇ ਛੱਡ ਦਿਓ। ਆਪਣੇ ਅਧਿਆਪਕ ਨਾਲ ਡਿਸਕਸ ਜ਼ਰੂਰ ਕਰੋ।
ਪ੍ਰਸ਼ਨ ਨੰਬਰ 8 5 ਅੰਜਨ ਨੇ ਰੇਲ ਗੱਡੀ ਵਿੱਚ ਜਾਂਦਿਆਂ ਬਹੁਤ ਸਾਰੇ ਊਠ ਗੱਡੀਆਂ ਦੇਖੀਆਂ। ਇਸ ਤੋਂ ਉਸਨੇ ਉਸ ਸਥਾਨ ਦੇ ਭੂਗੋਲਿਕ ਹਾਲ ਦਾ ਅੰਦਾਜ਼ਾ ਲਗਾਇਆ। ਹੁਣ ਭੂਗੋਲਿਕ ਹਾਲਾਤ ਕੀ ਹੁੰਦੇ ਨੇ, ਉੱਥੋਂ ਦੀ ਜਿਹੜੀ ਭੂਮੀ ਹੈ ਉਸ ਦੇ ਬਾਰੇ, ਸੋ ਉਸ ਦੇ ਬਾਰੇ ਉਹਨੇ ਹਾਲਾਤ ਵੇਖੇ ਤਾਂ ਕੀ ਅੰਦਾਜ਼ਾ ਲਾਇਆ, ਕੀ ਉਹਨੇ ਆਊਟਪੁੱਟ ਕੱਢੀ। ਰੇਲ ਗੱਡੀ ਰੇਤਲੇ ਇਲਾਕੇ ਵਿੱਚੋਂ ਲੰਘ ਰਹੀ ਹੈ। ਰੇਲ ਗੱਡੀ ਪਹਾੜੀ ਇਲਾਕੇ ਵਿੱਚੋਂ ਲੰਘ ਰਹੀ ਹੈ। ਰੇਲ ਗੱਡੀ ਸਮੁੰਦਰੀ ਇਲਾਕੇ ਵਿੱਚੋਂ ਲੰਘ ਰਹੀ ਹੈ। ਰੇਲ ਗੱਡੀ ਜੰਗਲੀ ਇਲਾਕੇ ਵਿੱਚੋਂ ਲੰਘ ਰਹੀ ਹੈ। ਬੜਾ ਹੀ ਆਸਾਨ ਸੀ। ਊਠ ਉੱਥੇ ਹੋਣਗੇ ਜਿੱਥੇ ਰੇਤਲਾ ਇਲਾਕਾ ਹੋਏਗਾ, ਇਸ ਕਰਕੇ ਉੱਤਰ ਆਏਗਾ ਰੇਲ ਗੱਡੀ ਰੇਤਲੇ ਇਲਾਕੇ ਵਿੱਚੋਂ ਲੰਘ ਰਹੀ ਹੈ। ਅੱਗੇ ਬੇਟਾ ਤੁਹਾਡੇ PQ ਹੈ, ਪੀਪਲਸ ਕੁਐਸਚਨੇਅਰ ਜਿਹੜਾ ਹੈ ਉਹਦੇ ਕੁਐਸਚਨ ਡਿਸਕਸ ਕਰਾਂਗੇ। ਪਹਿਲਾ ਕੁਐਸਚਨ, ਕੀ ਤੁਹਾਨੂੰ ਸਕੂਲ 'ਚ ਪੀਣ ਲਈ ਸਾਫ਼ ਪਾਣੀ ਮਿਲਦਾ ਹੈ? ਤਾਂ ਬੱਚੋ ਇਹਦਾ ਤੁਸੀਂ ਆਨਸਰ ਦੇਣਾ ਹੈ, ਮਿਲਦਾ ਹੈ ਜਾਂ ਨਹੀਂ ਮਿਲਦਾ ਹੈ। ਨੰਬਰ 2, ਕੀ ਤੁਹਾਡੇ ਸਕੂਲ ਵਿੱਚ ਖੇਡਾਂ ਦਾ ਸਮਾਨ ਉਪਲਬਧ ਹੈ? ਅਗਰ ਹਾਂ ਤਾਂ ਹਾਂ ਲਿਖੋਗੇ, ਕਿਉਂਕਿ ਸਾਰੇ ਸਕੂਲਾਂ 'ਚ ਉਪਲਬਧ ਹੈ। ਮੋਸਟਲੀ ਅਸੀਂ ਹਾਂ ਹੀ ਲਿਖਾਂਗੇ। ਪਾਣੀ ਦਾ ਵੀ ਅਸੀਂ ਹਾਂ ਹੀ ਲਿਖਾਂਗੇ, ਕਿਉਂਕਿ ਕਿਤੇ ਵੀ ਕੋਈ ਸਕੂਲ ਇਹੋ ਜਿਹਾ ਨਹੀਂ ਇੱਥੇ ਪਾਣੀ ਗੰਦਾ ਹੋਵੇ। ਹਾਂ, RO ਸਿਸਟਮ ਜੋ ਬਹੁਤ ਘੱਟ ਲੱਗੇ ਨੇ, ਪਾਣੀ ਪਿਊਰੀਫਾਇਰ ਬੇਸ਼ੱਕ ਨਹੀਂ ਹੋਏਗਾ ਪਰ ਪਾਣੀ ਗੰਦਾ ਨਹੀਂ ਹੋਏਗਾ, ਪਾਣੀ ਸਾਫ਼ ਹੀ ਮਿਲੇਗਾ। ਕੀ ਤੁਹਾਨੂੰ ਸਕੂਲ ਆਉਣ ਲਈ ਕੋਈ ਦਿੱਕਤ ਮਹਿਸੂਸ ਹੁੰਦੀ ਹੈ? ਅਗਰ ਬਹੁਤ ਦੂਰੋਂ ਬੱਚਾ ਆ ਰਿਹਾ ਤਾਂ ਆਪਣੇ ਵਿਚਾਰ ਦੇ ਸਕਦਾ ਇੱਥੇ। ਅਗਰ ਕੋਈ ਬੱਚਾ ਬਹੁਤ ਨੇੜੇ ਤੋਂ ਆ ਰਿਹਾ ਤਾਂ ਉਹਦੇ ਵਿਚਾਰ ਵੱਖਰੇ ਹੋਣਗੇ। ਇਸ ਕਰਕੇ ਤੁਸੀਂ ਇਹ ਦੇਖ ਲੈਣਾ ਕਿ ਤੁਹਾਨੂੰ ਕੋਈ ਦਿੱਕਤ ਕਦੀ ਆਉਂਦੀ ਹੈ ਕਿ ਨਹੀਂ। ਅਕਸਰ ਆਉਂਦੀ ਹੈ, ਕਦੇ ਨਹੀਂ, ਜਾਂ ਥੋੜ੍ਹੀ ਦਿੱਕਤ ਆਉਂਦੀ ਹੈ, ਤੁਸੀਂ ਉੱਥੇ ਆਪਣੀ ਟਿਕ ਲਗਾ ਸਕਦੇ ਹੋ। ਤੁਸੀਂ ਖੇਡ ਦੇ ਮੈਦਾਨ ਵਿੱਚ ਕਦੋਂ ਜਾਂਦੇ ਹੋ? ਹਰ ਰੋਜ਼, ਹਫ਼ਤੇ 'ਚ ਇੱਕ ਵਾਰ, ਮਹੀਨੇ 'ਚ ਇੱਕ ਵਾਰ, ਜਾਂ ਕਦੇ ਨਹੀਂ? ਤਾਂ ਤਕਰੀਬਨ ਬੇਟਾ ਅਸੀਂ ਹਰ ਰੋਜ਼ ਤਾਂ ਨਹੀਂ, ਦੂਸਰੇ ਤੀਸਰੇ ਦਿਨ ਜਾਂ ਹਫ਼ਤੇ 'ਚ ਇੱਕ ਵਾਰ ਜ਼ਰੂਰ ਜਾਂਦੇ ਹਾਂ। ਜਾਂ ਤੁਸੀਂ ਜੇ ਅਗਰ ਰੋਜ਼ ਜਾਂਦੇ ਹੋ ਤਾਂ ਤੁਸੀਂ ਰੋਜ਼ ਲਿਖ ਸਕਦੇ ਹੋ। ਤੁਹਾਡੀ ਆਪਣੀ ਜਮਾਤ ਦਾ ਕਮਰਾ ਕਿਹੋ ਜਿਹਾ ਲੱਗਦਾ ਹੈ? ਤੁਹਾਨੂੰ ਆਪਣੀ ਜਮਾਤ ਦਾ ਕਮਰਾ ਹੁਣ ਕਿਹੋ ਜਿਹਾ ਲੱਗਦਾ? ਬੜਾ ਹੀ ਰੌਚਕ ਜਿਹਾ ਕੁਐਸਚਨ ਹੈ, ਕਿਉਂਕਿ ਕਮਰੇ ਇੰਨੇ ਬਿਊਟੀਫੁਲ, ਇੰਨੇ ਸੁੰਦਰ, ਇੰਨੇ ਰੰਗਦਾਰ, ਕਲਰਫੁਲ ਹੋ ਗਏ ਨੇ। ਪ੍ਰੋਜੈਕਟਰ ਲੱਗੇ ਨੇ, ਪਰਦੇ ਲੱਗੇ ਨੇ, ਔਰ ਵੱਖ-ਵੱਖ ਮੋਟੋ, ਚਾਰਟਸ ਔਰ ਹੋਰ ਗਤੀਵਿਧੀਆਂ ਦੇ ਚਾਰਟ ਜਿਹੜੇ ਲੱਗੇ ਨੇ, ਰੰਗੋ ਰੰਗ ਹਰ ਚੀਜ਼ ਬਣੀ ਹੈ। ਤਾਂ ਇਹਦਾ ਉੱਤਰ ਤਾਂ ਹਰ ਇੱਕ ਬੱਚੇ ਨੂੰ ਬਹੁਤ ਵਧੀਆ ਹੀ ਦੇਣਾ ਚਾਹੀਦਾ ਹੈ। ਸੋ ਇਹ ਸੀ ਬੇਟਾ ਅੱਜ ਦੀ ਪ੍ਰਸ਼ਨਾਵਲੀ ਨੰਬਰ 5। ਮੈਨੂੰ ਆਸ ਹੈ ਕਿ ਸਾਰਿਆਂ ਨੂੰ ਚੰਗੀ ਲੱਗੀ ਹੋਏਗੀ। ਡਿਸਕਸ ਕੀਤਾ ਆਪਾਂ। ਅਗਲੀ ਪ੍ਰਸ਼ਨਾਵਲੀ 'ਚ ਫਿਰ ਮਿਲਾਂਗੇ। ਸਾਰਿਆਂ ਦਾ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।